हाँ जी स्टूडेंट्स, अज ਆਪਾਂ ਜਿਹੜਾ ਰਿਕਰੂਟਮੈਂਟ ਟੌਪਿਕ ਹੈ ਇਹ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਦਾ ਕੰਸੈਪਟ ਦੇਖ ਲਓ। ਰਿਕਰੂਟਮੈਂਟ ਰੈਫਰਸ ਟੂ ਦਾ ਪ੍ਰੋਸੈਸ ਆਫ ਸਰਚਿੰਗ suitable prospective employees for the organization and then to motivate them to apply for seeking a job in the organization। ਰਿਕਰੂਟਮੈਂਟ ਦਾ ਮਤਲਬ ਹੈ ਪੰਜਾਬੀ ਦੇ ਵਿੱਚ ਆਪਾਂ ਨੂੰ ਭਰਤੀ ਕਹਿੰਦੇ ਹਾਂ, ਠੀਕ ਆ। ਇਹ ਉਹ ਵਿਧੀ ਹੈ, ਉਹ ਪ੍ਰੋਸੈਸ ਹੈ ਜਿਹਦੇ ਨਾਲ ਅਸੀਂ ਜਿਹੜੇ ਪ੍ਰੋਸਪੈਕਟਿਵ ਇੰਪਲੋਈਜ਼ ਹੋ ਸਕਦੇ ਆ, ਮਤਲਬ ਜਿਹੜੇ ਭਵਿੱਖ ਦੇ ਵਿੱਚ ਸਾਡੀ ਕੰਪਨੀ ਦੇ ਵਿੱਚ ਇੰਪਲੋਈਜ਼ ਬਣ ਸਕਦੇ ਆ, ਜਿਹੜਾ ਜਾਂ ਸਾਡੀ ਔਰਗਨਾਈਜੇਸ਼ਨ ਲਈ ਸੂਟੇਬਲ ਆ, ਉਹਨਾਂ ਨੂੰ ਅਸੀਂ ਸਰਚ ਕਰਦੇ ਹਾਂ ਐਂਡ ਉਹਨਾਂ ਨੂੰ ਮੋਟੀਵੇਟ ਕਰਦੇ ਹਾਂ ਕਿ ਉਹ ਸਾਡੀ ਸੰਸਥਾ ਦੇ ਵਿੱਚ ਅਪਲਾਈ ਕਰਨ ਜੋਬ ਲਈ। The process of recruitment starts with the issue of an advertisement about the vacancies in the organization। ਵੈਕੈਂਸੀਜ਼ ਹੁੰਦੀਆਂ ਨੇ, ਅਸਾਮੀਆਂ। ਪਰ ਜਿਹੜਾ ਰਿਕਰੂਟਮੈਂਟ ਦਾ ਪ੍ਰੋਸੈਸ ਹੈ ਇਹ ਕਿੱਥੋਂ ਸ਼ੁਰੂ ਹੁੰਦਾ ਹੈ? ਇੱਕ ਪਹਿਲਾਂ ਐਡਵਰਟਾਈਜ਼ਮੈਂਟ ਦਿੱਤੀ ਜਾਂਦੀ ਹੈ ਵੀ ਸਾਡੀ ਔਰਗਨਾਈਜੇਸ਼ਨ ਦੇ ਵਿੱਚ ਆਹ ਵਾਲੀਆਂ ਵੈਕੈਂਸੀਜ਼ ਹੈਗੀਆਂ ਨੇ। ਦਿਸ ਐਡਵਰਟਾਈਜ਼ਮੈਂਟ ਕੈਨ ਬੀ ਇਸ਼ੂਡ ਥਰੂ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਔਰ ਐਨੀ ਅਦਰ ਮੋਡ। ਜਿਹੜੀ ਹੁਣ ਇਹ ਐਡਵਰਟਾਈਜ਼ਮੈਂਟ ਹੈ ਨਿਊਜ਼ਪੇਪਰ ਦੇ ਥਰੂ ਦਿੱਤੀ ਜਾ ਸਕਦੀ ਹੈ ਜਾਂ ਫਿਰ ਇਹ ਇਲੈਕਟ੍ਰੋਨਿਕ ਮੀਡੀਆ ਦੇ ਜ਼ਰੀਏ, ਮਤਲਬ ਇੰਟਰਨੈਟ ਦੇ ਜ਼ਰੀਏ ਦਿੱਤੀ ਜਾ ਸਕਦੀ ਆ। The process of recruitment helps to keep unwanted and unsuitable candidates away from the organization। ਜਦੋਂ ਅਸੀਂ ਰਿਕਰੂਟਮੈਂਟ ਦਾ ਪ੍ਰੋਸੈਸ ਕਰਦੇ ਹਾਂ ਇਹਦੀ ਹੈਲਪ ਦੇ ਨਾਲ ਜਿਹੜੇ ਸਾਨੂੰ ਨਹੀਂ ਚਾਹੀਦੇ ਜਾਂ ਅਨਸੂਟੇਬਲ ਕੈਂਡੀਡੇਟ ਅਸੀਂ ਉਹ ਪਹਿਲਾਂ ਹੀ ਅਲੱਗ ਕਰ ਦਿੰਦੇ ਹਾਂ, ਜਾਂ ਕਹਿ ਦਈਏ ਉਹ ਲੋਕ ਪਹਿਲਾਂ ਹੀ ਅਪਲਾਈ ਨਹੀਂ ਕਰਦੇ ਜੋਬ ਨੂੰ, ਠੀਕ ਆ। ਕਿਉਂਕਿ ਜਿਹੜੀ ਚੀਜ਼ ਦੇ ਅਸੀਂ ਐਡ ਦਿੰਦੇ ਹਾਂ ਉਹ ਉਸੇ ਚੀਜ਼ ਦਾ ਰਿਲੇਟਡ ਸਟੱਡੀ ਵਾਲੇ ਜਾਂ ਐਕਸਪੀਰੀਅੰਸ ਵਾਲੇ ਲੋਕ ਹੀ ਅਪਲਾਈ ਕਰਦੇ ਆ। The process of recruitment serves as a very important link between the job seekers ਐਂਡ ਦਾ ਜੋਬ ਪ੍ਰੋਵਾਈਡਰਸ। ਤਾਂ ਅਸੀਂ ਕਹਿ ਸਕਦੇ ਹਾਂ ਕਿ ਰਿਕਰੂਟਮੈਂਟ ਇੱਕ ਇਸ ਤਰ੍ਹਾਂ ਦਾ ਪ੍ਰੋਸੈਸ ਹੈ ਜਿਹੜਾ ਕਿ ਇੱਕ ਜੋਬ ਸੀਕਰ, ਮਤਲਬ ਜੋਬ ਲੈਣ ਵਾਲੇ ਐਂਡ ਜੋਬ ਪ੍ਰੋਵਾਈਡ ਕਰਵਾਉਣ ਵਾਲਿਆਂ ਦੇ ਵਿਚਕਾਰ ਇੱਕ ਲਿੰਕ ਦਾ ਕੰਮ ਕਰਦਾ ਹੈ, ਠੀਕ ਹੈ। ਨੈਕਸਟ ਦੇਖੋ, ਇਹਦੇ ਵਿੱਚ ਇਹਦੀ ਥਰਡ ਵਾਲੀ ਆਹੀ ਡੈਫੀਨੇਸ਼ਨ ਦੇਖ ਲਓ। ਦ ਟਰਮ ਰਿਕਰੂਟਮੈਂਟ ਅਪਲਾਈਜ਼ ਟੂ ਦਾ ਪ੍ਰੋਸੈਸ ਆਫ ਅਟਰੈਕਟਿੰਗ ਪੋਟੈਂਸ਼ੀਅਲ ਇੰਪਲੋਈਜ਼ ਟੂ ਦਾ ਕੰਪਨੀ। ਜਿਹੜੀ ਟਰਮ ਰਿਕਰੂਟਮੈਂਟ ਹੈ ਇਹਦਾ ਮਤਲਬ ਹੈ ਕਿ ਉਹ ਵਾਲਾ ਪ੍ਰੋਸੈਸ ਜਿਹਦੇ ਨਾਲ ਅਸੀਂ ਜਿਹੜੇ ਪੋਟੈਂਸ਼ੀਅਲ ਇੰਪਲੋਈਜ਼ ਬਣ ਸਕਦੇ ਆ ਭਵਿੱਖ ਦੇ ਵਿੱਚ ਸਾਡੇ, ਅਸੀਂ ਉਹਨਾਂ ਨੂੰ ਆਪਦੀ ਕੰਪਨੀ ਦੇ ਵਿੱਚ ਅਟਰੈਕਟ ਕਰਦੇ ਹਾਂ ਜਾਂ ਬੁਲਾਉਂਦੇ ਹਾਂ, ਠੀਕ ਆ। ਸੋ ਅੱਗੇ ਕੁਛ ਫੈਕਟਰਸ ਨੇ ਜਿਹੜੇ ਸਾਡੀ ਰਿਕਰੂਟਮੈਂਟ ਨੂੰ ਅਫੈਕਟ ਕਰ ਸਕਦੇ ਆ। ਉਹਨਾਂ ਦੇ ਵਿੱਚ ਫਸਟ ਜਿਹੜਾ ਫੈਕਟਰ ਹੈ ਜਾਂ ਤੱਥ ਹੈ ਜਿਹੜਾ ਰਿਕਰੂਟਮੈਂਟ ਨੂੰ ਪ੍ਰਭਾਵਿਤ ਕਰਦਾ ਉਹ ਹੈ ਸਾਈਜ਼ ਆਫ ਦਾ ਔਰਗਨਾਈਜੇਸ਼ਨ। The number of employees to be recruited in any organization depend upon the size of the organization। More employees are recruited in large organization while small number of employees are recruited in small organization। ਸੋ ਕਿਸੇ ਵੀ ਕੰਪਨੀ ਦੇ ਵਿੱਚ ਕਿੰਨੇ ਇੰਪਲੋਈਜ਼ ਨੂੰ ਰਿਕਰੂਟ ਕੀਤਾ ਜਾਊਗਾ ਡਿਪੈਂਡ ਕਰਦਾ ਉਸ ਕੰਪਨੀ ਦੇ ਸਾਈਜ਼ ਦੇ ਉੱਪਰ। ਜੇ ਆਪਾਂ ਚਾਹੁੰਦੇ ਇੰਪਲੋਈਜ਼ ਰਿਕਰੂਟ ਕਰਨਾ ਤਾਂ ਉੱਥੇ ਔਰਗਨਾਈਜੇਸ਼ਨ ਲਾਰਜ ਹੋਊਗੀ ਅਤੇ ਜਿਹੜੇ ਘੱਟ ਨੰਬਰ ਆਫ ਇੰਪਲੋਈਜ਼ ਰੱਖੇ ਜਾਣਗੇ ਸਮੋਲ ਔਰਗਨਾਈਜੇਸ਼ਨ ਦੇ ਵਿੱਚ। ਲਾਰਜ ਔਰਗਨਾਈਜੇਸ਼ਨ 'ਚ ਆ ਜਿਵੇਂ ਟਾਟਾ, ਰਿਲਾਇੰਸ, ਵਿਪਰੋ, ਠੀਕ ਆ, ਇਹਨਾਂ ਦੇ ਵਿੱਚ ਹਿਊਜ ਰਿਸੋਰਸਿਸ ਇਹ ਸਪੈਂਡ ਕਰਦੇ ਆ ਰਿਕਰੂਟਮੈਂਟ ਦੇ ਉੱਪਰ, ਵਾਈਲ ਜਿਹੜੀਆਂ ਛੋਟੀਆਂ ਔਰਗਨਾਈਜੇਸ਼ਨਸ ਹੁੰਦੀਆਂ ਉਹਨਾਂ ਲਈ ਇਹ ਪੋਸੀਬਲ ਨਹੀਂ ਹੁੰਦਾ। ਅੱਗੇ ਹੈ ਇੰਪਲੋਇਮੈਂਟ ਕੰਡੀਸ਼ਨਸ। ਇੰਪਲੋਇਮੈਂਟ ਕੰਡੀਸ਼ਨਸ ਆਰ ਨਾਟ ਗੁੱਡ ਇਨ ਡਿਵੈਲਪਿੰਗ ਕੰਟਰੀਜ਼। ਜਿਹੜੇ ਦੇਸ਼ ਡਿਵੈਲਪਿੰਗ ਕੰਟਰੀ ਦੇ ਵਿੱਚ ਆਉਂਦੇ ਆ, ਠੀਕ ਆ, ਉਹਨਾਂ ਦੇ ਵਿੱਚ ਇੰਪਲੋਇਮੈਂਟ ਕੰਡੀਸ਼ਨ ਇੰਨੀਆਂ ਵਧੀਆ ਨਹੀਂ ਹੈਗੀਆਂ, ਮਤਲਬ ਜਿਹੜੇ ਰੁਜ਼ਗਾਰ ਵਾਲੇ ਲੋਕ ਆ ਉਹ ਇੰਨੇ ਵਧੀਆ ਨਹੀਂ ਹੈਗੇ। ਡਿਊ ਟੂ ਪੂਅਰ ਹੈਲਥ ਐਂਡ ਐਜੂਕੇਸ਼ਨਲ ਸਟੈਂਡਰਡਸ ਆਫ ਦਾ ਪੀਪਲ ਦੇਅਰ ਆਰ ਸੈਵਰਲ ਪ੍ਰੋਬਲਮਸ ਇਨ ਦਾ ਸਿਲੈਕਸ਼ਨ ਆਫ ਸਿਊਟੇਬਲ ਇੰਪਲੋਈਜ਼। ਸੋ ਡਿਵੈਲਪਿੰਗ ਕੰਟਰੀਆਂ ਦੇ ਵਿੱਚ ਜਿਹੜੇ ਸਿਊਟੇਬਲ ਨੇ ਜਾਂ ਆਪਾਂ ਕਹਿ ਦਈਏ ਅਲੱਗ-ਅਲੱਗ ਪੋਸਟਾਂ ਦੇ ਲਈ ਬੈਸਟ ਲੋਕ ਚਾਹੀਦੇ ਆ ਉਹ ਘੱਟ ਮਿਲਦੇ ਆ। ਬਟ ਜਿਹੜੀਆਂ ਇੰਪਲੋਇਮੈਂਟ ਕੰਡੀਸ਼ਨਸ ਇਨ ਆਰ ਰੀਅਲੀ ਗੁੱਡ ਇਨ ਡਿਵੈਲਪ ਕੰਟਰੀਜ਼, ਜਿਹੜੇ ਦੇਸ਼ ਪਹਿਲਾਂ ਤੋਂ ਡਿਵੈਲਪ ਹੋ ਚੁੱਕੇ ਆ, ਠੀਕ ਆ, ਵਿਕਸਿਤ ਹੋ ਚੁੱਕੇ ਆ, ਉਹਨਾਂ ਦੇ ਵਿੱਚ ਇੰਪਲੋਇਮੈਂਟ ਕੰਡੀਸ਼ਨਸ ਵਧੀਆ ਹੁੰਦੀਆਂ ਨੇ। ਸੋ ਇਟ ਇਜ਼ ਈਜ਼ੀ ਟੂ ਸਿਲੈਕਟ ਸਿਊਟੇਬਲ ਇੰਪਲੋਈਜ਼ ਇਨ ਦੀਜ਼ ਕੰਟਰੀਜ਼। ਸੋ ਉਸ ਤਰ੍ਹਾਂ ਦੇ ਦੇਸ਼ਾਂ ਦੇ ਵਿੱਚ ਇੰਪਲੋਇਮੈਂਟ ਜਿਹੜਾ ਆਪਾਂ ਕਹਿ ਦਈਏ ਜਾਂ ਵਧੀਆ ਇੰਪਲੋਈਜ਼ ਨੂੰ ਸਿਲੈਕਟ ਕਰਨਾ ਈਜ਼ੀ ਹੋ ਜਾਂਦਾ। ਅੱਗੇ ਹੈ ਆਪਣੇ ਕੋਲ ਸੈਲਰੀ ਸਟਰਕਚਰ। ਐਵਰੀ ਇੰਡੀਵਿਜੂਅਲ ਵਾਂਟਸ ਟੂ ਹੈਵ ਅ ਮੈਕਸੀਮਮ ਅਰਨਿੰਗ। ਹਰ ਇੱਕ ਚਾਹੁੰਦਾ ਕਿ ਮੈਨੂੰ ਵੱਧ ਤੋਂ ਵੱਧ ਪੈਸਾ ਅਰਨ ਹੋਵੇ, ਠੀਕ ਆ, ਮੈਂ ਕਮਾਵਾਂ। ਹੈਂਸ ਇਫ ਐਨ ਔਰਗਨਾਈਜੇਸ਼ਨ ਪੇਜ਼ ਹਾਇਰ ਸੈਲਰੀ ਐਂਡ ਮੋਰ ਅਲਾਉੈਂਸ ਟੂ ਦਾ ਇੰਪਲੋਈਜ਼ ਇਟ ਡਜ਼ ਨਾਟ ਹੈਵ ਐਨੀ ਪ੍ਰੋਬਲਮ ਇਨ ਦਾ ਰਿਕਰੂਟਮੈਂਟ ਆਫ ਸੁਟੇਬਲ ਇੰਪਲੋਈਜ਼। ਸੋ ਜੇ ਕੋਈ ਔਰਗਨਾਈਜੇਸ਼ਨ ਵਧੀਆ ਸੈਲਰੀ ਪੇ ਕਰਨ ਨੂੰ ਤਿਆਰ ਆ, ਜ਼ਿਆਦਾ ਅਲਾਉੈਂਸ ਦੇਣ ਨੂੰ ਤਿਆਰ ਆ ਆਪਦੇ ਇੰਪਲੋਈਜ਼ ਨੂੰ, ਤਾਂ ਉੱਥੇ ਵੀ ਕੋਈ ਰਿਕਰੂਟਮੈਂਟ ਦੀ ਪ੍ਰੋਬਲਮ ਕ੍ਰੀਏਟ ਨਹੀਂ ਹੋਊਗੀ। But if the salary structure of an organization is poor, then it will have to face several problems in the recruitment of suitable employees। ਮੰਨ ਲਓ ਕੋਈ ਔਰਗਨਾਈਜੇਸ਼ਨ ਆ, ਉਹਨਾਂ ਦੀ ਸੈਲਰੀ ਵਗੈਰਾ ਇੰਨੀ ਵਧੀਆ ਨਹੀਂ ਹੈਗੀ ਤਾਂ ਉਹਨਾਂ ਨੂੰ ਕਾਫੀ ਸਾਰੀਆਂ ਪ੍ਰੋਬਲਮਸ ਫੇਸ ਕਰਨੀਆਂ ਪੈ ਸਕਦੀਆਂ ਨੇ, ਕਿਉਂਕਿ ਜਿੱਥੇ ਜ਼ਿਆਦਾ ਸੈਲਰੀ ਹੁੰਦੀ ਹੈ ਜ਼ਿਆਦਾ ਲੋਕ ਉੱਥੇ ਹੀ ਜਾ ਕੇ ਆਪਦਾ ਅਪਲਾਈ ਕਰਦੇ ਆ ਜੋਬ ਦੇ ਲਈ। ਅੱਗੇ ਇਹਦਾ ਨੈਕਸਟ ਪੁਆਇੰਟ ਹੈ ਵਰਕਿੰਗ ਕੰਡੀਸ਼ਨ। ਵਰਕਿੰਗ ਕੰਡੀਸ਼ਨ ਮਤਲਬ ਜਿੱਥੇ ਕੰਮ ਕਰਨਾ ਉੱਥੋਂ ਦੇ ਜਿਹੜਾ ਇਨਵਾਇਰਮੈਂਟ ਆ ਉਹ ਕਿਸ ਤਰ੍ਹਾਂ ਦਾ।
Working conditions in the organization such as proper lighting, well ventilated buildings, security of the employees and facilities provided to them, sanitation, etc. also affect recruitment in an organization. ਵਰਕਿੰਗ ਕੰਡੀਸ਼ਨ ਦੇ ਵਿੱਚ ਆਉਂਦਾ ਵੀ ਜਿੱਥੇ ਉਹ ਕੰਮ ਕਰਦੇ ਆ ਅੰਦਰ ਬਹੁਤਾ ਹਨੇਰਾ ਤਾਂ ਨਹੀਂ ਪੈਂਦਾ, ਲਾਈਟਨਿੰਗ ਪ੍ਰੋਪਰ ਹੈਗੀ ਆ, ਜਿਹੜੀ ਬਿਲਡਿੰਗ ਬਣੀ ਹੋਈ ਆ ਵੈਂਟੀਲੇਟਡ ਮਤਲਬ ਹਵਾਦਾਰ ਆ, ਉਹਦੇ ਵਿੱਚ ਐਗਜ਼ੌਸਟ ਵਗੈਰਾ ਲੱਗੇ ਆ, ਜਿਹੜੇ ਇੰਪਲੋਈ ਆ ਉਹਨਾਂ ਦੀ ਸਿਕਿਉਰਿਟੀ ਹੈ, ਮਤਲਬ ਜੇ ਕਦੇ ਅੱਗ ਵਗੈਰਾ ਲੱਗ ਜੇ ਤਾਂ ਉੱਥੇ ਜਿਹੜੇ ਫਾਇਰ ਐਕਸਟਿੰਗੁਇਸ਼ਰ ਹੈਗੇ ਅੱਗ ਬੁਝਾਉਣ ਵਾਲੇ ਯੰਤਰ ਵਗੈਰਾ ਹੈ ਜਾਂ ਨਹੀਂ ਹੈ, ਜਾਂ ਇਸ ਤੋਂ ਇਲਾਵਾ ਸੈਨੀਟੇਸ਼ਨ ਉੱਥੇ ਸਾਫ਼ ਸਫਾਈ ਦਾ ਕਿੰਨਾ ਕੁ ਪ੍ਰਬੰਧ ਆ। ਸੋ ਇਹ ਸਾਰੀਆਂ ਚੀਜ਼ਾਂ ਹੀ ਰਿਕਰੂਟਮੈਂਟ ਨੂੰ ਅਫੈਕਟ ਕਰਦੀਆਂ ਨੇ। ਇਫ ਵਰਕਿੰਗ ਕੰਡੀਸ਼ਨਸ ਇਨ ਦ ਆਰਗੇਨਾਈਜੇਸ਼ਨ ਆਰ ਗੁੱਡ ਇਟ ਹੈਜ਼ ਨੋ ਪ੍ਰੋਬਲਮ ਇਨ ਰਿਕਰੂਟਿੰਗ ਸੁਟੇਬਲ ਇੰਪਲੋਈਜ਼। ਸੋ ਜੇ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਕਿਸੇ ਵੀ ਸੰਸਥਾ ਦੇ ਵਿੱਚ ਵਰਕਿੰਗ ਕੰਡੀਸ਼ਨਸ ਬਹੁਤ ਵਧੀਆ ਨੇ ਤਾਂ ਉੱਥੇ ਰਿਕਰੂਟਮੈਂਟ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ। ਬਟ ਇਨ ਸਿਚੁਏਸ਼ਨ ਕੰਟਰੈਰੀ ਟੂ ਦਿਸ, ਬਟ ਇਸ ਦੇ ਉਲਟ ਜੇ ਆਪਾਂ ਦੇਖੀਏ ਦ ਆਰਗੇਨਾਈਜੇਸ਼ਨ ਹੈਜ਼ ਟੂ ਫੇਸ ਸੈਵਰਲ ਪ੍ਰੋਬਲਮਸ ਇਨ ਦਾ ਰਿਕਰੂਟਮੈਂਟ। ਮਤਲਬ ਜੇ ਉੱਥੇ ਸਾਫ਼ ਸਫਾਈ ਦਾ ਜਾਂ ਆਪਾਂ ਕਹਿੰਦੇ ਲਾਈਟਨਿੰਗ ਜਾਂ ਵੈਂਟੀਲੇਸ਼ਨ ਵਗੈਰਾ ਨਹੀਂ ਹੈ ਤਾਂ ਉੱਥੇ ਕਾਫੀ ਸਾਰੀਆਂ ਪ੍ਰੋਬਲਮਸ ਫੇਸ ਕਰਨੀਆਂ ਪੈ ਸਕਦੀਆਂ, ਮਤਲਬ ਉੱਥੇ ਲੋਕ ਘੱਟ ਤੋਂ ਘੱਟ ਹੀ ਜੋਬ ਲਈ ਅਪਲਾਈ ਕਰਨਗੇ। ਅੱਗੇ ਹੈ ਰੇਟ ਆਫ ਗਰੋਥ। ਔਨ ਦ ਬੇਸਿਸ ਆਫ ਰੇਟ ਆਫ ਗਰੋਥ ਆਰਗੇਨਾਈਜੇਸ਼ਨਸ ਆਰ ਆਫ ਟੂ ਟਾਈਪਸ। ਗਰੋਥ ਦੇ ਹਿਸਾਬ ਨਾਲ ਸੰਸਥਾਵਾਂ ਨੂੰ ਆਪਾਂ ਦੋ ਹਿੱਸਿਆਂ 'ਚ ਵੰਡ ਸਕਦੇ ਹਾਂ, ਇੱਕ ਹੁੰਦੀਆਂ ਗਰੋਇੰਗ ਆਰਗੇਨਾਈਜੇਸ਼ਨਸ, ਇੱਕ ਹੁੰਦੀਆਂ ਸਟੈਗਨੈਂਟ। ਗਰੋਇੰਗ ਤਾਂ ਉਹ ਹੁੰਦੀਆਂ ਨੇ ਜਿਹੜੀਆਂ ਡੇ ਬਾਏ ਡੇ ਗਰੋ ਕਰ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਹੌਲੀ ਹੌਲੀ ਵਾਧਾ ਹੋ ਰਿਹਾ, ਉਹਨਾਂ ਦਾ ਅੱਗੇ ਬਿਜ਼ਨਸ ਐਕਸਪੈਂਡ ਹੋ ਰਿਹਾ ਵਾ। ਸਟੈਗਨੈਂਟ ਉਹ ਹੁੰਦੀਆਂ ਜਿਨ੍ਹਾਂ ਦੇ ਵਿੱਚ ਹਜੇ ਉਹਨਾਂ ਦੀ ਕੋਈ ਗਰੋਥ ਨਹੀਂ ਹੋ ਰਹੀ, ਜਸਟ ਕਾਫੀ ਪਿਛਲੇ ਸਾਲਾਂ ਤੋਂ ਉਸੇ ਪੋਜੀਸ਼ਨ ਦੇ ਉੱਪਰ ਉਹ ਖੜੀਆਂ ਨੇ। Growing organizations regularly need the recruitment of new employees. There are several opportunities for internal recruitment as well on the basis of promotion. So ਜਿਹੜੀਆਂ organizations grow ਕਰ ਰਹੀਆਂ ਹੁੰਦੀਆਂ ਨੇ ਉੱਥੇ ਨਵੇਂ employee ਦੀ ਲੋੜ ਪੈਂਦੀ ਆ। ਕਿਉਂ ਲੋੜ ਪੈਂਦੀ ਆ? ਕਿਉਂਕਿ ਜਿਹੜੇ ਪਹਿਲਾਂ ਤੋਂ ਉੱਥੇ ਜੌਬ ਕਰ ਰਹੇ ਆ ਉਹ ਇੰਟਰਨਲ ਰਿਕਰੂਟਮੈਂਟ ਦੇ ਵਿੱਚ ਹੀ ਆ ਜਾਂਦੇ ਆ, ਕਿਉਂਕਿ ਉਹਨਾਂ ਦੀ ਪ੍ਰਮੋਸ਼ਨ ਹੁੰਦੀ ਆ, ਉਹ ਹਾਇਰ ਪੋਸਟ 'ਤੇ ਪਹੁੰਚ ਜਾਂਦੇ ਆ, ਠੀਕ ਆ। ਬਟ ਦੋਜ਼ ਆਰਗੇਨਾਈਜੇਸ਼ਨਸ ਵਿਚ ਆਰ ਨਾਟ ਗਰੋਇੰਗ, ਜਿਹੜੀਆਂ ਨਹੀਂ ਗਰੋ ਕਰ ਰਹੀਆਂ, ਨੀਡ ਰਿਕਰੂਟਮੈਂਟ ਓਨਲੀ ਵੈਨ ਦੇਅਰ ਆਰ ਵੈਕੈਂਸੀਜ਼। ਉੱਥੇ ਸਿਰਫ ਰਿਕਰੂਟਮੈਂਟ ਜਾਂ ਭਰਤੀ ਉਦੋਂ ਹੀ ਕਰਦੇ ਆ ਜਦੋਂ ਕੋਈ ਵੈਕੈਂਸੀ ਵਗੈਰਾ ਹੁੰਦੀ ਆ, ਮਤਲਬ ਕਿਸੇ ਦੀ ਪੋਸਟ ਖਾਲੀ ਹੁੰਦੀ ਆ। ਦਸ ਰੇਟ ਆਫ ਗਰੋਥ ਆਫ ਆਰਗੇਨਾਈਜੇਸ਼ਨ ਆਲਸੋ ਅਫੈਕਟ ਦਾ ਰਿਕਰੂਟਮੈਂਟ ਇਨ ਦਾ ਆਰਗੇਨਾਈਜੇਸ਼ਨ। ਸੋ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਕਿਸੇ ਵੀ ਆਰਗੇਨਾਈਜੇਸ਼ਨ ਦੀ ਜਿਹੜੀ ਗਰੋਥ ਰੇਟ ਆ ਉਹ ਵੀ ਪ੍ਰਭਾਵਿਤ ਕਰਦੀ ਆ ਰਿਕਰੂਟਮੈਂਟ ਨੂੰ, ਠੀਕ ਆ ਜੀ। ਅੱਜ ਲਈ ਬੱਚੇ ਇੰਨਾ ਹੀ, ਇਹਨੂੰ ਧਿਆਨ ਨਾਲ ਰਿਵਾਈਜ਼ ਕਰ ਲਿਓ। ਨੈਕਸਟ ਵੀਡੀਓ ਦੇ ਵਿੱਚ ਆਪਾਂ ਜਿਹੜੇ ਕੌਨਸਟੈਂਟਸ ਨੇ ਉਹ ਪੜ੍ਹਾਂਗੇ।